ਹਾਂਜੀ ਸਟੂਡੈਂਟ, ਸਵਾਗਤ ਹੈ ਤੁਹਾਡਾ ਫਿਜ਼ਿਕਸ ਦੀ ਕਲਾਸ 'ਚ। ਆਪਾਂ ਇੰਟਰਫੇਰੈਂਸ ਪੈਟਰਨ ਬਾਰੇ ਲਾਸਟ ਲੈਕਚਰ 'ਚ ਵੀ ਗੱਲ ਕਰ ਰਹੇ ਸੀਗੇ। ਸੋ ਆਪਾਂ ਐਕਸਪ੍ਰੈਸ਼ਨ ਫੋਰ ਫਰਿੰਜ ਵਿਡਥ ਕੈਲਕੂਲੇਟ ਕਰਨਾ ਅੱਜ। ਸੋ ਆਪਾਂ ਦੇਖਿਆ ਸੀਗਾ ਕਿ ਜਿੱਥੇ ਦੋ ਸੋਰਸਿਸ ਨੇ, ਦੇਖੋ ਸਲਿਟਸ S1 ਤੇ S2 ਇੱਥੇ ਡਾਇਗਰਾਮ 'ਚ ਦੇਖ ਰਹੇ ਆਪਾਂ, ਜਿਨ੍ਹਾਂ ਦੀ ਸੈਪਰੇਸ਼ਨ D ਹੈਗੀ ਦੋਨਾਂ ਵਿੱਚ। ਠੀਕ ਹੈ। ਸੋ ਜਦੋਂ ਇਹਨਾਂ ਤੋਂ ਆ ਰਹੀਆਂ ਵੇਵਜ਼ ਇਨ ਫੇਜ਼ ਮਿਲਦੀਆਂ ਨੇ ਤਾਂ ਕੰਸਟਰਕਟਿਵ ਇੰਟਰਫੇਰੈਂਸ ਹੁੰਦਾ, ਬ੍ਰਾਈਟਨੈਸ ਆਪਾਂ ਨੂੰ ਮਿਲਦੀ ਹੈ। ਜਦੋਂ ਇਹਨਾਂ ਤੋਂ ਆ ਰਹੀਆਂ ਵੇਵਜ਼ ਆਊਟ ਆਫ ਫੇਜ਼ ਮਿਲਦੀਆਂ ਨੇ ਤਾਂ ਡਿਸਟਰਕਟਿਵ ਇੰਟਰਫੇਰੈਂਸ ਹੁੰਦਾ ਤੇ ਆਪਾਂ ਨੂੰ ਡਾਰਕ ਪੈਟਰਨ ਆਪਾਂ ਨੂੰ ਮਿਲਦਾ। ਹੁਣ ਦੇਖੋ ਸਕਰੀਨ, ਇਹਨਾਂ ਦੋਨਾਂ ਦਾ ਆਪਾਂ ਮਿਡ ਪੁਆਇੰਟ ਕੱਢਿਆ, ਉਹ ਹੈ। ਸੋ O ਤੇ ਆਹ ਦੂਰੀ ਜਿਹੜੀ ਹੈ, ਮਤਲਬ S1 O ਤੇ S2 O ਬਰਾਬਰ ਹੈ। ਤਾਂ ਇੱਥੇ O ਪੁਆਇੰਟ ਤੇ ਆਪਾਂ ਨੂੰ ਸੈਂਟਰਲ ਮੈਕਸਿਮਮ ਮਿਲੇਗਾ, ਕਿਉਂਕਿ ਇਨ ਫੇਜ਼ ਦੋਨੋਂ ਵੇਵਜ਼ ਜਿਹੜੀਆਂ ਨੇ ਇੰਟਰਫੇਅਰ ਕਰਨਗੀਆਂ ਤੇ ਇੱਥੇ ਕੰਸਟਰਕਟਿਵ ਇੰਟਰਫੇਰੈਂਸ ਹੋਏਗਾ। ਠੀਕ ਹੈ। ਸੋ ਆਪਾਂ ਇੱਥੇ ਇਸ ਪੁਆਇੰਟ ਤੇ O ਤੇ ਆਪਾਂ ਨੂੰ ਸੈਂਟਰਲ ਮੈਕਸਿਮਾ ਮਿਲੇਗਾ। ਠੀਕ ਹੈ। ਹੁਣ ਦੇਖੋ ਇਹ ਮਿਡ ਪੁਆਇੰਟ ਹੈ ਆ ਦੂਰੀ ਦਾ ਬਿਟਵੀਨ ਦਾ ਟੂ ਸਲਿਟਸ। ਸੋ D/2 ਉੱਪਰ ਆਪਾਂ ਲਿਖ ਲਈ। ਠੀਕ ਹੈ। ਤੇ D/2 ਥੱਲੇ ਦੂਰੀ ਜਿਹੜੀ ਹੈ ਇਹ ਬਣ ਗਈ। ਹੁਣ ਆਪਾਂ ਕੋਈ ਰੈਂਡਮ ਪੁਆਇੰਟ, ਸਕਰੀਨ ਹੈ ਜਿੱਥੇ ਆਪਾਂ ਇੰਟਰਫੇਰੈਂਸ ਪੈਟਰਨ ਲੈ ਰਹੇ ਹਾਂ। ਆਹ ਸਲਿਟਸ ਨੇ ਜਿੱਥੋਂ ਆਪਾਂ ਨੂੰ ਵੇਵਸ ਆ ਰਹੀਆਂ ਨੇ। ਠੀਕ ਹੈ ਨਾ, ਲਾਈਟਸ ਜਿਹੜੀ ਹੈ ਮੋਨੋਕ੍ਰੋਮੈਟਿਕ ਲਾਈਟ ਦੀ ਵੇਵਸ ਆ ਰਹੀਆਂ ਨੇ। ਇੱਥੇ ਆਪਾਂ ਪੁਆਇੰਟ P ਕੰਸੀਡਰ ਕਰ ਲਿਆ, ਜਿਹੜਾ ਕਿ S1 ਤੋਂ X ਦੂਰੀ ਤੇ ਹੈ ਤੇ S2 ਤੋਂ X ਪਲੱਸ ਡੈਲਟਾ X ਦੂਰੀ ਤੇ, ਮਤਲਬ ਇਹਨਾਂ ਦੋਨਾਂ ਦੇ ਵਿੱਚ ਪਾਥ ਡਿਫਰੈਂਸ ਡੈਲਟਾ X ਹੈ। ਠੀਕ ਹੈ। ਸੋ ਆਹ ਦੂਰੀ ਜੇ ਆਪਾਂ ਇੱਥੇ ਪਰਪੈਂਡੀਕੂਲਰ ਸਿੱਟਿਆ ਤੇ ਆਹ ਦੂਰੀ ਇੱਥੋਂ ਲੈ ਕੇ ਇੱਥੇ ਤੱਕ ਦੂਰੀ X ਹੋ ਗਈ, ਆ ਬਾਕੀ ਡੈਲਟਾ X ਰਹਿ ਗਈ। ਸੋ ਤਾਂ ਕਰਕੇ ਇਹਨੂੰ X ਪਲੱਸ ਡੈਲਟਾ X ਸਾਰੀ ਦੂਰੀ ਨੂੰ ਲਿਖਿਆ। ਸੋ ਡੈਲਟਾ X ਕੀ ਹੈ? ਪਾਥ ਡਿਫਰੈਂਸ ਬਿਟਵੀਨ ਦੀਜ਼ ਟੂ, ਮਤਲਬ S1P ਤੇ S2P ਦੇ ਵਿੱਚ ਪਾਥ ਡਿਫਰੈਂਸ ਜਿਹੜਾ ਹੈ ਉਹ ਡੈਲਟਾ X ਹੈਗਾ। ਸੋ ਆਪਾਂ ਡੈਲਟਾ X ਨੂੰ ਕੀ ਲਿਖਾਂਗੇ? S2P ਮਾਈਨਸ S1P। ਠੀਕ ਹੈ। ਹੁਣ ਦੇਖੋ ਆਪਣੇ ਕੋਲ ਇੱਥੇ ਟ੍ਰਾਇੰਗਲਸ ਬਣਦੀਆਂ ਨੇ। ਆਹ ਟ੍ਰਾਇੰਗਲ ਦੇਖੋ ਤੁਸੀਂ, ਆਹ ਟ੍ਰਾਇੰਗਲ ਹੈ PS2B। A ਪੁਆਇੰਟ ਆਪਾਂ ਲਿੱਤਾ ਬਿਲਕੁਲ ਇਹਦੇ ਸਾਹਮਣੇ ਸਕਰੀਨ ਉੱਤੇ S1 ਦੇ, B ਪੁਆਇੰਟ ਆਪਾਂ S2 ਦੇ ਸਾਹਮਣੇ ਲਿੱਤਾ ਸਕਰੀਨ ਤੇ A ਤੇ B ਵਿਚਲੀ ਦੂਰੀ ਜਿਹੜੀ ਹੈ D ਦੇ ਬਰਾਬਰ ਹੈ। ਠੀਕ ਹੈ। ਸੋ ਇਹਨਾਂ ਦਾ ਮਿਡ ਪੁਆਇੰਟ ਜਿਹੜਾ ਹੈ ਉਹ O ਹੈ। ਆ OA D/2 ਹੋ ਗਿਆ। ਪੁਆਇੰਟ P ਜਿਹੜਾ ਉਹ O ਤੋਂ Y ਦੂਰੀ ਤੇ ਹੈ। ਠੀਕ ਹੈ। ਉਹ Y ਦੂਰੀ ਤੇ ਹੈ O ਤੋਂ। ਹੁਣ ਰਾਈਟ ਐਂਗਲ ਟ੍ਰਾਇੰਗਲ ਆਪਾਂ ਲਵਾਂਗੇ, ਰਾਈਟ ਐਂਗਲਡ ਟ੍ਰਾਇੰਗਲ। ਉਹ ਕਿਹੜੀ? ਦੇਖੋ ਆਪਣੇ ਕੋਲ S2PB ਰਾਈਟ ਐਂਗਲ ਟ੍ਰਾਇੰਗਲ, ਇੱਥੇ ਰਾਈਟ ਐਂਗਲ ਬਣ ਰਿਹਾ ਸਮਝ ਲਓ। ਠੀਕ ਹੈ। ਸੋ ਇਹਦੇ ਵਿੱਚ ਆਪਣੇ ਕੋਲ S2P ਉਹਦੀ ਵੈਲਿਊ ਕਿੰਨੀ ਆ ਜਾਏਗੀ? ਇਹ S2P ਦਾ ਸਕੇਅਰ ਜਿਹੜਾ ਹੈ ਉਹ ਆ ਜਾਏਗਾ S2B ਸਕੇਅਰ ਪਲੱਸ PB ਸਕੇਅਰ। ਠੀਕ ਹੈ। ਸੋ S2P ਦੀ ਵੈਲਿਊ ਜਿਹੜੀ ਹੈ ਉਹ ਆ ਜਾਏਗੀ ਇਹਦਾ ਸਾਰੇ ਦਾ ਸਕੇਅਰ ਰੂਟ। ਠੀਕ ਹੈ। ਸੋ ਆਹ ਸਾਰੇ ਦਾ S2B ਸਕੇਅਰ ਪਲੱਸ PB ਸਕੇਅਰ ਇਹਦਾ ਸਕੇਅਰ ਰੂਟ। ਠੀਕ ਹੈ। ਇਹ S2P ਦੀ ਵੈਲਿਊ ਆ ਜਾਏਗੀ। S2P ਦੇਖੋ ਹੁਣ ਕੀ ਹੈ ਆਪਣੇ ਕੋਲ, ਇਹਨੂੰ ਆਪਾਂ ਲਿਖਾਂਗੇ S2B ਕੀ? ਦੇਖੋ S2B ਹੈਗਾ ਸੈਪਰੇਸ਼ਨ ਬਿਟਵੀਨ ਸਲਿਟਸ ਐਂਡ ਸਕਰੀਨ, ਇਹ ਕੈਪੀਟਲ D ਹੈਗਾ। ਠੀਕ ਹੈ। ਸੋ ਇਹ D ਦਾ ਸਕੇਅਰ ਹੋ ਜਾਏਗਾ, ਇਹ ਕੈਪੀਟਲ D ਆਪਾਂ ਲਿਖ ਲਿਆ। ਇਹ ਡਿਸਟੈਂਸ ਬਿਟਵੀਨ ਸਕਰੀਨ ਐਂਡ ਸਲਿਟਸ ਹੋ ਗਿਆ। ਠੀਕ ਹੈ। ਤੇ PB ਕੀ ਹੈ? ਦੇਖੋ PB ਕੀ ਹੈ? ਇਹ Y ਆ ਦੂਰੀ ਹੋ ਗਈ P ਤੋਂ O ਤੋਂ, ਤੇ D/2 ਇਹਦੇ ਚ ਐਡ ਹੋ ਗਿਆ। Y ਪਲੱਸ D/2, ਸੋ ਇਹਦਾ ਸਕੇਅਰ ਹੋ ਜਾਏਗਾ ਤੇ ਸਾਰੇ ਦਾ ਸਕੇਅਰ ਰੂਟ ਆ ਗਿਆ ਬਾਹਰ। ਠੀਕ ਹੈ। ਹੁਣ ਦੇਖੋ ਇਹਦੇ ਚ ਆਪਾਂ D ਕਾਮਨ ਕੱਢੀਏ, D ਸਕੇਅਰ ਕਾਮਨ ਕੱਢਿਆ, ਉਹਦੀ ਪਾਵਰ 1/2 ਹੈ ਤਾਂ D ਬਾਹਰ ਨਿਕਲੇਗਾ। ਠੀਕ ਹੈ ਨਾ। ਆਹ ਸਾਰੀ ਬ੍ਰੈਕਟ 'ਚ ਆਪਾਂ D ਸਕੇਅਰ ਕਾਮਨ ਕੱਢਿਆ,
पावर 1/2 भी है, सो डी स्केयर पावर 1/2 डी रह जाएगा, इतने 1 आ गया डी थां ते, प्लस वाई प्लस d/2 इहदा स्केयर बटा डी स्केयर, ठीक है, ये सारे की पावर 1/2 है। देखो दोबारा देख लो, आ डी स्केयर कॉमन कढ़िया तो डी निकलेगा क्योंकि पावर 1/2 है। हम वापस डी को इंट्रोड्यूस करो, डी इतने रखोगे पावर 1/2 तो डी स्केयर बन जाएगा, डी स्केयर की पावर 1/2 डी होएगा, ठीक है ना। सो ਇਹਦੇ ਨਾਲ ਕੱਟਿਆ ਜਾਏਗਾ ਆਪਾਂ। सो आ चीज़ कॉमन कढ़ के आप ਇਹਦੇ बटे ਤੇ भी लिखनी है, ठीक है। ਹੁਣ आ जी वैल्यू है इनू बाइनोमियल थ्योरम ਨਾਲ ਆਪਾਂ एक्सपेंड करांगे। बाइनोमियल थ्योरम की होंदी देखो, 1 + x पावर n हो गई तो 1 + nx प्लस n इंटू n-1 x² बाय फैक्टोरियल 2, ठीक है। इत्थे देखो ये जी वैल्यू है, आ वैल्यू जी है ये काफ़ी छोटी हो जाएगी तो इनकी हायर पावर्स निगलैक्ट कर देनी है, ठीक है। हायर पावर्स निगलैक्ट कर देनी क्योंकि डिस्टेंस बिटवीन स्लिट एंड स्क्रीन ये काफ़ी ज़्यादा होंदा है। इत्थे डायग्राम तुहानूं दिखाने लई आपां दूरी काफ़ी विखाई है, पर स्लिट दे विच जिहड़ा गैप बड़ा घट होंदा है। सो तां करके आ वैल्यू जी बड़ी छोटी होंदी है तो इहदी हायर पावर्स निगलैक्ट कर देंगे। ਹੁਣ देखो इनू ਆਪਾਂ बाइनोमियल थ्योरम ਨਾਲ एक्सपेंड करिए तो 1 + nx, सो बाइनोमियल थ्योरम एक्सपेंड बाय यूजिंग बाइनोमियल थ्योरम। बाइनोमियल थ्योरम यूज करके आप एक्सपेंड करांगे। आप बाइनोमियल थ्योरम का एक्सप्रैशन लिखा तो अपने को S2P की वैल्यू देखो की बन जाती है, D अपने को है ऑलरेडी, सो 1 + n की वैल्यू आ गई 1/2, x है अपने को सारा, सो y + d/2, ठीक है, डिवाइडेड बाय इतने स्केयर कर लो, चलो इतने लिख लो, इतने डी स्केयर लिख लो, ठीक है। सो आ वैल्यू बन जाएगी, हायर पावर्स निगलैक्ट कर देंगे, हाफ फैक्टर अगे आ गया, ठीक है। इन्होंने मल्टीप्लाई करो तो S2P की वैल्यू की बन गई देखो, डी इतने आ गया तो डी इतने मल्टीप्लाई करा, डी स्केयर नाल डी कटिया जाएगा, एक डी बटे च रह जाएगा 1/2 है, तो अपने को आ गया y + d/2 का स्केयर डिवाइड बाय डी स्केयर नाल डी कटिया जाएगा, सो 2d रह गया बटे, ठीक है। सो ये अपने को S2P की वैल्यू आ गई। हम देखो आ ट्रायंगल सी अपने को, आ ट्रायंगल हम अपने को एक आ ट्रायंगल है S1AP, जिंदे विच आ दूरी जी है, आ दूरी जी है वो y- दिस है d/2, ठीक है। y चो d/2 घटा के आ रहा है, सो इत्थे आपां सिमिलरली कह देंगे जिहड़ा S1P है वो d +, ठीक है, y- d/2 ओवर 2 का स्केयर, ठीक है। तुसीं वो भी एक्सपेंड करोगे तो यही वैल्यू बन जाएगी देना, ठीक है। सो ये तुसीं कर सकते जे। फर्क की है, S1P है, फर्क की है, फर्क की है इतने माइनस साइन आना बस, ठीक है ना। आ डी उवें ही है तो आ दूरी ऐड होनी है, इतने y- d/2 का स्केयर बनेगा, y- d/2 रह जाना, एक बाइनोमियल एक्सपेंड करोगे y- d/2 ओवर डी स्केयर तो ऐड, सो इतने y- d/2 आ चीज़ आ जाएगी। सो S2P d + y + d/2 का स्केयर ओवर 2d, तो S1P जी दूरी है आ देखो, आ S1P है, ये x हैगी है तो आ दूरी अपने को x + Δx सीगी। हुण देखो आ दूरी जी है आपां जी आ वैल्यू हम कैलकुलेट करनी है, S2P - S1P और Δx आ जाएगी। तो Δx = S2P - S1P, ये आप पुट करा देखो वैल्यूज, ये मैं रब करके करदा आपां। तो देखो इत्थे आपां करांगे इनू, S2P की वैल्यू आ गई है, तो अपने को Δx = की आ गया b + y + d/2
द होल स्क्वायर डिवाइड बाय 2d, ठीक है। तो आ माइनस हो जाना सारा, माइनस b प्लस वाई माइनस डी बाय 2, ਇਹਦਾ ਇੱਥੇ ਬ੍ਰੈਕਟ ਵੱਡੀ ਕਰ ਦਿੰਦੇ ਆਪਾਂ, ਇਹਦਾ ਹੋਲ ਸਕੁਅਰ डिवाइड बाय 2d, ठीक है। सो इनू आप खोल लेने, डेल्टा एक्स इज इक्वल टू डी माइनस डी आ खत्म हो जाएगा, फिर दिस माइनस दिस रह जाएगा। सो वाई प्लस डी बाय 2, ठीक है, डिवाइड बाय 2d माइनस वाई माइनस डी बाय 2 स्क्वायर डिवाइड बाय 2d, ठीक है। सो 2d आप कॉमन कर देने, डेल्टा एक्स इज इक्वल टू 1 बाय 2d, ये कॉमन कर दिए तो अपने को देखो इतने ए स्क्वायर माइनस बी स्क्वायर वाली सिचुएशन बन गई। सो आ चीज़ आप डिनोमिनेटर जो कॉमन निकलिया ए स्क्वायर माइनस बी स्क्वायर, सो ए प्लस बी ए माइनस बी बन जाएगा। सो वाई प्लस डी बाय 2 ए प्लस बी वाई माइनस डी बाय 2, ठीक है। एक तो ये बन गया ए प्लस बी मल्टीप्लाई बाय ए माइनस बी, ए आए वाई प्लस डी बाय 2 माइनस बी माइनस आ चीज़ लिखनी है आप नेगेटिव साइन लगा के। सो नेगेटिव साइन लगाओगे आ माइनस हो जाएगा प्लस हो जाएगा, माइनस वाई प्लस डी बाय 2, ठीक है। ये सारी वैल्यू जी आ गई। सो डेल्टा एक्स अपने को आ जाएगा 1/2d। हम देखो इतने डी बाय 2 खत्म हो गया, इतने 2y बन गया, 2y। तो दूसरी ब्रैकेट से देखो y खत्म हो गया, डी बाय 2 प्लस डी बाय 2 डी बन गया, ठीक है ना। हाफ डी प्लस हाफ डी बन जाएगा, और 2 कैंसल हो जाएगा। तो ये अपने को डेल्टा एक्स की वैल्यू जी आ गई वो वाई डी डिवाइड बाय डी आ गई, ठीक है। सो डेल्टा एक्स की वैल्यू वाई डी, ये पार्ट डिफरेंस आ गया अपने को वाई डी बाय कैपिटल डी। हम देखो पार्ट डिफरेंस अपने को आ गया वाई डी ओवर कैपिटल डी। हम ब्राइट फ्रिंज कदों बनेगी जो तो पार्ट डिफरेंस इंटेग्रल मल्टीपल ऑफ लैम्डा अपने को आएगा, ठीक है ना। सो ब्राइट फ्रिंज कदों आएगी इफ डेल्टा एक्स इज इक्वल टू सम इंटेग्रल मल्टीपल ऑफ लैम्डा, मतलब वेवलेंथ का इंटेग्रल मल्टीपल हो गए, ठीक है। सो ये अपने को आ गया वाई डी ओवर कैपिटल डी इज इक्वल टू एम लैम्डा, ठीक है। तो इतों अपने को वाई की वैल्यू कितनी आ गई, देखो एम लैम्डा कैपिटल डी ओवर स्मॉल डी बन गया, ठीक है। सो ये वाई की वैल्यू आ गई। हम देखो वाई आ है दूरी, ओ तो दूरी पी की वाई है, ठीक है। सो पी पॉइंट मतलब वाई जी दूरी है वो फस्ट देखो ये तो हो गया सेंटर मैक्सिमा, ठीक है ना। सो सेंटर के जी ब्राइट फ्रिंज है वो ओ पॉइंट से बन गई, ठीक है ना। अगे भी आप गल की क्योंकि इतने कंस्ट्रक्टिव इंटरफेरेंस हो रहा क्योंकि इन्होंने कोई पाथ डिफरेंस नहीं है दोनों में। सो दोनों जड़ियाँ ने इन फेज मिल रही ने वेव्स। हम जी इन फेज कितने मिलनगियां जिथे कंस्ट्रक्टिव इंटरफेरेंस कितने होएगा, जिथे ये जो पाथ डिफरेंस है इंटेग्रल मल्टीपल ऑफ लैम्डा होएगा एम लैम्डा के बराबर। मतलब एम की वैल्यू 1 करिए फॉर एम इक्वल टू 1, वाई 1 जोड़ा वो आ जाएगा लैम्डा डी बाय डी। ये हो जाएगी फस्ट ब्राइट फ्रिंज आफ्टर ओ, मतलब सेंटर मैक्सिमा तो बाद वाली पहली ब्राइट फ्रिंज, ठीक है ना। तो ये फस्ट ब्राइट फ्रिंज होगी, ठीक है ना। फस्ट ब्राइट फ्रिंज हो जाएगी जी कि आपां नूं उत्थे मिलेगी। हम देखो जे एम इक्वल टू 2 करिए तो वाई 2 की वैल्यू कितनी आ जाएगी 2 लैम्डा कैपिटल डी बाय स्मॉल डी। ये सैकेंड आ जाएगी, सैकेंड ब्राइट फ्रिंज, ठीक है।
ਇਸੇ ਤਰ੍ਹਾਂ ਥਰਡ ਬਰਾਈਡ ਫ੍ਰਿੰਜ, ਫੋਰਥ ਬਰਾਈਡ ਫ੍ਰਿੰਜ। ਸੋ ਇੱਥੇ ਆਪਣੇ ਕੋਲ ਆਪਾਂ ਵੈਲਿਊ ਇਹਦੀ ਚੇਂਜ ਕਰਦੇ ਜਾਈਏ ਤੇ ਆਪਾਂ ਨੂੰ ਨੈਕਸਟ ਬਰਾਈਡ ਫ੍ਰਿੰਜਸ ਜਿਹੜੀਆਂ ਨੇ ਮਿਲਦੀਆਂ ਜਾਣਗੀਆਂ। ਹੁਣ ਦੇਖੋ ਇਹਨਾਂ ਵਿੱਚ ਜਿਹੜੀ ਫ੍ਰਿੰਜ ਵਿਡਥ ਹੁੰਦੀ ਹੈ, ਫ੍ਰਿੰਜ ਵਿਡਥ ਨੂੰ ਆਪਾਂ ਬੀਟਾ ਨਾਲ ਲਿਖਦੇ ਹਾਂ। ਇਹ ਫ੍ਰਿੰਜ ਵਿਡਥ ਹੈ ਬੀਟਾ। ਸੋ ਇਹਦੀ ਵੈਲਿਊ ਕਿੰਨੀ ਹੋ ਜਾਏਗੀ? ਇਹ ਆਹ ਬਰਾਈਡ ਫ੍ਰਿੰਜ ਤੋਂ ਆਹ ਬਰਾਈਡ ਫ੍ਰਿੰਜ ਦੇ ਵਿਚਲੀ ਜਿਹੜੀ ਦੂਰੀ ਹੈ ਉਹ ਬੀਟਾ ਆ ਜਾਏਗੀ, ਠੀਕ ਹੈ ਨਾ। ਸੋ ਇਹ y2 ਮਾਈਨਸ y1 ਆ ਜਾਏਗੀ, ਸਮਝ ਲਓ। ਸੋ ਇਹ 2 ਲੈਮਡਾ ਡੀ ਓਵਰ ਸਮਾਲ ਡੀ ਮਾਈਨਸ ਲੈਮਡਾ ਡੀ ਓਵਰ ਸਮਾਲ ਡੀ, ਇਹ ਆ ਜਾਏਗੀ ਬੀਟਾ ਦੀ ਵੈਲਿਊ ਆਪਣੇ ਕੋਲ ਆ ਗਈ। 2 ਚੋਂ 1 ਘਟਾਤਾ ਆਪਣੇ ਕੋਲ ਲੈਮਡਾ ਡੀ ਬਾਈ ਸਮਾਲ ਡੀ। ਇਹ ਆਪਣੇ ਕੋਲ ਫ੍ਰਿੰਜ ਵਿਡਥ ਆ ਗਈ ਬੀਟਾ ਲੈਮਡਾ ਡੀ ਬਾਈ ਸਮਾਲ ਡੀ। ਓਕੇ, ਇਹ ਫ੍ਰਿੰਜ ਵਿਡਥ ਆ ਗਈ ਦੋ ਬਰਾਈਟ ਫ੍ਰਿੰਜਸ ਦੇ ਵਿਚਲੀ ਦੂਰੀ। और जो देखो डार्क फ्रिंज की आप गल करांगे। सो डार्क फ्रिंजिस कदों बननगियां? देखो जो आ पाथ डिफरेंस जिहड़ा है वो ओड मल्टीपल ऑफ लैमडा बाय 2। लैमडा की है वेवलेंथ। सो वेवलेंथ दा हाफ दा ओड मल्टीपल होवे, मतलब हाफ लैमडा 3/2 लैमडा 5/2 लैमडा पाथ डिफरेंस होवे ते उदों आपां नूं पता है कि डार्क फ्रिंजिस आपां नूं मिलदियां ने। इस करके आपां कहांगे so if path difference is odd multiple of lambda by 2 then dark fringes are formed at P। so इसका मतलब की है path difference की है y d over capital D, a odd multiple of lambda by 2। odd multiple किवें लिखी दा lambda by 2? m plus 1 by 2 lambda लिख दी है, ठीक है। तो जिथे m की वैल्यू की है 0 1 2 3 एंड सो ऑन। देखो m की वैल्यू 0 करांगे तो लैम्डा बाय 2 आ जाएगा, ठीक है। 1 लैम्डा बाय 2 आ गया। एम की वैल्यू 1 करांगे तो 1 प्लस 1 बाय 2 ये 3 लैम्डा बाय 2 आ जाएगा, ठीक है। सो इस तरह 1 लैम्डा बाय 2 3 लैम्डा बाय 2 5 लैम्डा बाय 2 जिथे जिथे आएगा उत्थे आपां नूं डार्क फ्रिंजिस मिलणगियां। सो इत्थे अपने कोल y की वैल्यू देखो की बनती है, y की वैल्यू बन गई m प्लस 1 बाय 2 लैम्डा कैपिटल डी डिवाइड बाय स्मॉल डी, ठीक है। सो ये जिहड़ी है ये एमथ डार्क फ्रिंज आ गई, ठीक है। सेंट्रल मैक्सिमा तो एमथ डार्क फ्रिंज आपां नूं मिलेगी ये, ठीक है। सो फर्स्ट डार्क फ्रिंज कित्थे मिलेगी? सो आपां y1 लिख दईए फर्स्ट डार्क फ्रिंज वो हो जाएगी m इक्वल टू 1 m इक्वल टू 0 ते, ठीक है ना। इत्थे लिखांगे इफ m इक्वल टू 0 दैन अपने को y1 की बन जाएगी, इतने 0 पुट करिए तो अपने को आ जाएगी हाफ लैम्डा डी बाई डी। सो लैम्डा डी ओवर 2d बन गया, ठीक है। ये फर्स्ट डार्क फ्रिंज की पोजीशन बन गई अपने को। इस तरह m इक्वल टू 1 करिए, m इक्वल टू 1 करिए इतने तो 1 प्लस 1 बाय 2 3/2 हो जाएगा। सो 3 लैम्डा डी बाई 2d बन जाएगा अपने को y की वैल्यू। तो y कितना बन जाएगा 3 लैम्डा डी बाय 2d, ठीक है। देखो m इक्वल टू 1 पुट करांगे 1 प्लस 1 बाय 2 एक जमा आधा 1.5 हो गया। सो 3/2 लैम्डा डी पर कैपिटल डी ऊपर आ गया, स्मॉल डी थले है। हुण ये बन गई y2, ये होगी सैकेंड डार्क फ्रिंज, तां करके इहनूं y2 लिखता, ठीक है। ਹੁਣ ਇਹਨਾਂ ਵਿੱਚ ਫ੍ਰਿੰਜ ਵਿਡਥ ਆਪਾਂ ਦੇਖਾਂਗੇ ਦੋ ਡਾਰਕ ਫ੍ਰਿੰਜਸ ਦੇ ਵਿੱਚ ਜਿਹੜੀ ਵਿਡਥ ਹੈ ਉਹਨੂੰ ਫ੍ਰਿੰਜ ਵਿਡਥ ਕਹਿੰਦੇ ਆ, ਉਹ ਵੀ ਬੀਟਾ ਨਾਲ ਲਿਖਦੇ ਆ। ਉਹ y2 ਮਾਈਨਸ y1 ਆ ਜਾਏਗਾ, ਇਹਦੇ ਚੋਂ ਆ ਘਟਾਈਏ, ਠੀਕ ਹੈ ਨਾ। 3/2 ਚੋਂ 1/2 ਘਟਾਈਏ ਤਾਂ ਆਪਣੇ ਕੋਲ ਕੀ ਆ ਜਾਏਗਾ 3/2 लैम्डा डी ओवर स्मॉल डी माइनस 1/2 लैम्डा डी ओवर स्मॉल डी, ठीक है। ये माइनस करांगे 1.5 14 घटाया 1 रह जाना है, ठीक है ना। सो अपने को की रह जाना है लैम्डा डी ओवर स्मॉल डी रह जाना है, ठीक है। माइनस करांगे तो, ठीक है। 3/2 चो 1/2 घटावांगे सो 1 रह जाएगा लैम्डा डी बाय स्मॉल डी। उस वैल्यू देखो उनके बराबर ही आ गई जो ब्राइट फ्रिंजेस के विचली दूरी सीगी ਉਹੀ डार्क फ्रिंजेस विचली दूरी है, यही फ्रिंज विड्थ होनी फिर आ गई लैम्डा डी बाई स्मॉल डी, ठीक है। सो
ਇਹੀ ਆਪਾਂ ਐਕਸਪ੍ਰੈਸ਼ਨ ਜਦੋਂ ਬ੍ਰਾਈਟ ਫ੍ਰਿੰਜਸ ਕੀਤੇ ਉਦੋਂ ਕੀਤਾ ਸੀਗਾ, ਤਾਂ ਵੀ ਆਪਣੇ ਕੋਲ ਬੀਟਾ ਦੀ ਵੈਲਿਊ ਇਹੀ ਆਈ ਸੀ। ਸੋ ਬੀਟਾ ਦੀ ਵੈਲਿਊ ਚੇਂਜ ਨਹੀਂ ਹੋਏਗੀ। ਦੋ ਕੰਜ਼ੀਕਿਊਟਿਵ ਬ੍ਰਾਈਟ ਫ੍ਰਿੰਜਸ ਵਿਚਲੀ ਦੂਰੀ ਵੀ ਇਹੀ ਹੈ ਫ੍ਰਿੰਜ ਵਿਡਥ, ਤੇ ਦੋ ਕੰਜ਼ੀਕਿਊਟਿਵ ਡਾਰਕ ਫ੍ਰਿੰਜਸ ਵਿਚਲੀ ਦੂਰੀ ਵੀ ਲੈਮਡਾ ਡੀ ਬਾਈ ਸਮਾਲ ਡੀ ਆ ਰਹੀ ਹੈ। ਓਕੇ, ਹਾਂਜੀ ਦੇਖੋ ਹੁਣ ਫ੍ਰਿੰਜ ਵਿਡਥ ਆ ਗਈ ਲੈਮਡਾ ਡੀ ਬਾਈ ਸਮਾਲ ਡੀ। ਲੈਮਡਾ ਆ ਗਈ ਹੈ ਵੇਵਲੈਂਥ ਆਫ ਲਾਈਟ। ਹੁਣ ਦੇਖੋ ਜਿਹੜਾ ਫ੍ਰਿੰਜ ਵਿਡਥ ਹੈ ਇਹ ਡਿਪੈਂਡ ਕਰ ਗਈ ਲੈਮਡਾ ਤੇ, ਡਾਇਰੈਕਟਲੀ ਪ੍ਰੋਪੋਰਸ਼ਨਲ ਹੈ। ਸੋ ਲੈਮਡਾ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ, ਆਪਾਂ ਕਹਾਂਗੇ ਬੀਟਾ ਜਿਹੜਾ ਹੈ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਲੈਮਡਾ ਹੋ ਗਿਆ। ਠੀਕ ਹੈ, ਇਹਦਾ ਮਤਲਬ ਜਿੰਦੀ ਵੇਵਲੈਂਥ ਜ਼ਿਆਦਾ ਹੈ, ਜਿਵੇਂ ਰੈੱਡ ਕਲਰ ਦੀ ਵੇਵਲੈਂਥ ਜ਼ਿਆਦਾ ਹੁੰਦੀ ਵਾਇਲਟ ਤੋਂ, ਤਾਂ ਉਹਦੀ ਫ੍ਰਿੰਜ ਵਿਡਥ ਜਿਹੜੀ ਹੈ ਉਹ ਕਲੀਅਰ ਜਿਹੜੀ ਹੈ ਜ਼ਿਆਦਾ ਆਏਗੀ। ਠੀਕ ਹੈ, ਇਸੇ ਤਰ੍ਹਾਂ ਕੈਪੀਟਲ ਡੀ ਦੀ ਵੈਲਿਊ ਮਤਲਬ ਸਕਰੀਨ ਤੇ ਸਲਿਟ ਦੇ ਵਿੱਚ ਡਿਸਟੈਂਸ ਜ਼ਿਆਦਾ ਹੋਏਗਾ ਤਾਂ ਫ੍ਰਿੰਜ ਵਿਡਥ ਜਿਹੜੀ ਹੈ ਉਹ ਜ਼ਿਆਦਾ ਆਏਗੀ। ਤੇ ਸਮਾਲ ਡੀ ਦੀ ਵੈਲਿਊ ਤੇ ਇਨਵਰਸਲੀ ਪ੍ਰੋਪੋਰਸ਼ਨਲ ਹੈ। ਠੀਕ ਹੈ ਨਾ, ਸੋ ਬੀਟਾ ਜਿਹੜਾ ਹੈ ਉਹ ਪ੍ਰੋਪੋਰਸ਼ਨਲ ਟੂ ਕੈਪੀਟਲ ਡੀ ਹੈ, ਤੇ ਬੀਟਾ ਜਿਹੜਾ ਇਨਵਰਸਲੀ ਪ੍ਰੋਪੋਰਸ਼ਨਲ ਟੂ ਸਮਾਲ ਡੀ ਹੈ। ਇਹਦਾ ਮਤਲਬ ਸਲਿਟਸ ਦੇ ਵਿਚਲੀ ਦੂਰੀ ਜੇ ਘੱਟ ਰਹੇਗੀ ਤਾਂ ਫ੍ਰਿੰਜ ਵਿਡਥ ਜਿਹੜੀ ਹੈ ਉਹ ਵੱਧ ਆਪਾਂ ਨੂੰ ਮਿਲੇਗੀ। ਠੀਕ ਹੈ, ਸੋ ਦੋ ਬ੍ਰਾਈਟ ਫ੍ਰਿੰਜਸ ਵਿਚਲੀ ਦੂਰੀ ਤੇ ਦੋ ਡਾਰਕ ਫ੍ਰਿੰਜਸ ਵਿਚਲੀ ਦੂਰੀ ਜਿਹੜੀ ਹੈ ਵੱਧ ਮਿਲੇਗੀ ਜੇ ਆਹ ਚੀਜ਼ਾਂ ਹੋਣਗੀਆਂ ਕਿ ਲੈਮਡਾ ਵੱਧ ਹੋਏਗਾ, ਮਤਲਬ ਰੈੱਡ ਕਲਰ ਦੇ ਵਿੱਚ ਜ਼ਿਆਦਾ ਫ੍ਰਿੰਜ ਵਿਡਥ ਹੋਏਗੀ ਐਜ਼ ਕੰਪੇਅਰ ਟੂ ਵਾਇਲਟ ਕਲਰ। ਇਸੇ ਤਰ੍ਹਾਂ ਜਿਨ੍ਹਾਂ 'ਚ ਸਕਰੀਨ ਤੇ ਸਲਿਟ ਦੇ 'ਚ ਦੂਰੀ ਜਿਹੜੀ ਹੈ ਜ਼ਿਆਦਾ ਹੋਏਗੀ ਉਹਨਾਂ ਵਿੱਚ ਵੀ ਆਪਾਂ ਨੂੰ ਫ੍ਰਿੰਜਸ ਵਿਚਲੀ ਦੂਰੀ ਵੱਧ ਮਿਲੇਗੀ। ਤੇ ਦੋ ਸੋਰਸਿਸ ਜਿਹੜੇ ਨੇ ਕੋਹਰੈਂਟ ਸੋਰਸਿਸ S1 S2, ਸਲਿਟਸ ਦੇ ਵਿਚਲੀ ਦੂਰੀ ਜੇ ਘੱਟ ਰਹੇਗੀ ਤਾਂ ਵੀ ਆਪਾਂ ਨੂੰ ਬ੍ਰਾਈਟ ਫ੍ਰਿੰਜ ਦੇ ਵਿਚਲੀ ਦੋ ਕੰਜ਼ੀਕਿਊਟਿਵ ਬ੍ਰਾਈਟ ਫ੍ਰਿੰਜਸ ਦੇ ਵਿਚਲੀ ਦੂਰੀ ਜਿਹੜੀ ਹੈ ਵੱਧ ਮਿਲੇਗੀ, ਮਤਲਬ ਫ੍ਰਿੰਜ ਵਿਡਥ ਵੱਧ ਮਿਲੇਗੀ। ਠੀਕ ਹੈ, ਹਾਂਜੀ ਦੇਖੋ ਜੇ ਆਪਾਂ ਡਿਸਟੈਂਸ ਬਿਟਵੀਨ ਦਾ ਸਲਿਟਸ ਘਟਾ ਦਈਏ ਬਹੁਤ ਜ਼ਿਆਦਾ, ਠੀਕ ਹੈ, ਜੇ ਡਿਸਟੈਂਸ ਬਿਟਵੀਨ ਦਾ ਸਲਿਟਸ ਬਹੁਤ ਜ਼ਿਆਦਾ ਘਟ ਜਾਵੇ ਤਾਂ ਉਦੋਂ ਕੀ ਹੋਏਗਾ, ਦੇਖੋ ਆ ਡੀ ਦੀ ਵੈਲਿਊ ਬਹੁਤ ਘਟ ਜਾਵੇ ਤਾਂ ਆਪਾਂ ਨੂੰ ਪਤਾ ਹੈ ਕਿ ਬੀਟਾ ਦੀ ਵੈਲਿਊ ਕਾਫੀ ਵੱਧ ਜਾਏਗੀ। ਜੇ ਡੀ ਆਪਾਂ ਕਾਫੀ ਘਟਾ ਦਈਏ ਤਾਂ ਬੀਟਾ ਵੱਧ ਜਾਏਗਾ, ਤੇ ਮਤਲਬ ਫ੍ਰਿੰਜ ਇੱਕ ਫ੍ਰਿੰਜ ਜਿਹੜੀ ਹੈ ਨਾ ਸਾਰੀ ਸਕਰੀਨ ਕਵਰ ਕਰ ਲਏਗੀ, ਤਾਂ ਉਹਦੇ ਨਾਲ ਕੀ ਹੈ ਪੈਟਰਨ ਜਿਹੜਾ ਐਡਾ ਅੱਛਾ ਨਹੀਂ ਮਿਲੇਗਾ। ਸੋ ਡਿਸਟੈਂਸ ਬਿਟਵੀਨ ਦਾ ਸਲਿਟਸ ਜਿਹੜਾ ਉਹ ਬਹੁਤ ਜ਼ਿਆਦਾ ਘੱਟ ਵੀ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਠੀਕ ਹੈ, ਫਿਰ ਫਰਦਰ ਦੇਖੋ ਜੇ ਆਪਾਂ ਮੋਨੋਕ੍ਰੋਮੈਟਿਕ ਸੋਰਸ ਲੈਂਦੇ ਆ, ਮੋਨੋਕ੍ਰੋਮੈਟਿਕ ਸੋਰਸ ਨੂੰ ਆਪਾਂ ਰਿਪਲੇਸ ਕਰ ਦਿੰਦੇ ਹਾਂ ਵਾਈਟ ਲਾਈਟ ਨਾਲ। ਜੇ ਵਾਈਟ ਲਾਈਟ ਨਾਲ ਰਿਪਲੇਸ ਕਰ ਦਿੰਦੇ ਆ ਤਾਂ ਆਪਾਂ ਨੂੰ ਜਿਹੜਾ ਸੈਂਟਰਲ ਮੈਕਸਿਮਮ ਜਿਹੜੀ ਇੱਥੇ ਵਾਈਟ ਲਾਈਟ ਮਿਲੇਗੀ, ਫਿਰ ਬਲੂ ਰੈੱਡ ਇਸ ਤਰ੍ਹਾਂ ਫਿਰ ਥੋੜ੍ਹੇ ਥੋੜ੍ਹੇ ਪੈਟਰਨ ਜਿਹੜਾ ਹੌਲੀ ਹੌਲੀ ਡਿਸਅਪੀਅਰ ਹੁੰਦਾ ਜਾਏਗਾ। ਠੀਕ ਹੈ, ਫਿਰ ਫਰਦਰ ਦੇਖੋ ਕੀ ਹੈ, ਹੁਣ ਆਪਾਂ ਜੇ ਲਿਕੁਇਡ ਵਿੱਚ ਇਮਰਜ ਕਰ ਦਿੰਦੇ ਹਾਂ ਆਪਰੇਟਰਸ ਨੂੰ ਲਿਕੁਇਡ 'ਚ ਇਮਰਜ ਕਰ ਦਿੰਦੇ ਹਾਂ ਤਾਂ ਆਪਣੇ ਕੋਲ ਜਿਹੜੀ ਵੇਵਲੈਂਥ ਹੈ ਉਹ ਆਪਣੇ ਕੋਲ ਲੈਮਡਾ ਡੈਸ਼ ਆਪਾਂ ਲਿਖਾਂਗੇ। ਠੀਕ ਹੈ, ਉਹ ਲੈਮਡਾ ਬਾਏ ਰਿਫਰੈਕਟਿਵ ਇੰਡੈਕਸ ਆਫ ਦਾ ਲਿਕੁਇਡ ਬਣ ਜਾਏਗਾ। ਠੀਕ ਹੈ, ਸੋ ਇਹ ਵੈਲਿਊ ਜਿਹੜੀ ਹੈ, ਸੋ ਬੀਟਾ ਦੀ ਵੈਲਿਊ ਵਿੱਚ ਫਿਰ ਜਿਹੜਾ ਲੈਮਡਾ ਡੈਸ਼ ਹੈ ਉਹ ਵੇਵਲੈਂਥ ਇਨ ਲਿਕੁਇਡ, ਉਹ ਵੇਵਲੈਂਥ ਜਿਹੜੀ ਬਾਹਰ ਹੈ ਡਿਵਾਈਡ ਬਾਏ ਰਿਫਰੈਕਟਿਵ ਇੰਡੈਕਸ ਹੋ ਜਾਏਗਾ। ਤਾਂ ਆਪਣੇ ਕੋਲ ਜਿਹੜੀ ਫ੍ਰਿੰਜ ਵਿਡਥ ਹੈ ਉਹ ਵੀ ਆਪਣੇ ਕੋਲ ਨਵੀਂ ਜਿਹੜੀ ਆਏਗੀ ਉਹ ਡਿਵਾਈਡ ਬਾਏ ਐਨ। ਸੋ ਰਿਫਰੈਕਟਿਵ ਇੰਡੈਕਸ ਲਿਕੁਇਡ ਦਾ ਜ਼ਿਆਦਾ ਹੋਏਗਾ ਤਾਂ ਆਪਣੇ ਕੋਲ ਬੀਟਾ ਬਾਏ ਐਨ। ਠੀਕ ਹੈ, ਬੀਟਾ ਬਾਏ ਐਨ ਦਾ ਮਤਲਬ ਹੈ ਕਿ ਘੱਟ ਜਿਹੜੀ ਫ੍ਰਿੰਜ ਵਿਡਥ ਘੱਟ ਜਾਏਗੀ ਵੈਨ ਆਪਰੇਟਰਸ ਇਜ਼ ਇਮਰਸਡ ਇਨ ਦਾ ਲਿਕੁਇਡ। ਠੀਕ ਹੈ ਨਾ, ਆਫ ਰਿਫਰੈਕਟਿਵ ਇੰਡੈਕਸ ਐਨ। ਐਨ ਰਿਫਰੈਕਟਿਵ ਇੰਡੈਕਸ ਦੇ ਲਿਕੁਇਡ ਜਦੋਂ ਇਮਰਜ ਕਰਦੇ ਹਾਂ ਤਾਂ ਬਟਾ ਐਨ ਹੋ ਜਾਏਗੀ ਫ੍ਰਿੰਜ ਵਿਡਥ। ਠੀਕ ਹੈ, ਸੋ ਡਿਵਾਈਡ ਕਰ ਦਾਂਗੇ ਆਪਾਂ ਫ੍ਰਿੰਜ ਵਿਡਥ ਨੂੰ ਐਨ ਦੇ ਨਾਲ, ਤੇ ਉਨੀ ਰਹਿ ਜਾਏਗੀ ਆਪਣੀ ਫ੍ਰਿੰਜ ਵਿਡਥ ਇਨਸਾਈਡ ਦਾ ਲਿਕੁਇਡ। ਠੀਕ ਹੈ, ਜੇ ਇੱਕ ਸਲਿਟ ਨੂੰ ਆਪਾਂ ਕਲੋਜ਼ ਕਰ ਦਿੰਦੇ ਹਾਂ ਤਾਂ ਆਪਣਾ ਇੰਟਰਫੇਰੈਂਸ ਪੈਟਰਨ ਜਿਹੜਾ ਉਹ ਖਤਮ ਹੋ ਜਾਏਗਾ। ਠੀਕ ਹੈ, ਹੁਣ ਦੇਖੋ ਨੂਮੈਰੀਕਲ ਹੈ ਇਹਦੇ ਨਾਲ ਦਾ, the laser light of wavelength 630 ਨੈਨੋਮੀਟਰ, ਮਤਲਬ 630 ਨੈਨੋਮੀਟਰ ਦੀ ਵੇਵਲੈਂਥ ਦੀ ਲਾਈਟ ਹੈ, ਉਹਨੂੰ ਇੰਸੀਡੈਂਟ ਕੀਤਾ ਔਨ ਅ ਪੇਅਰ ਆਫ ਸਲਿਟਸ, ਜਿਹਦੇ ਨਾਲ ਇੰਟਰਫੇਰੈਂਸ ਪੈਟਰਨ ਆਪਾਂ ਨੂੰ ਮਿਲਦਾ ਪਿਆ। ਤੇ ਇਨ ਵਿੱਚ ਦਾ ਬ੍ਰਾਈਟ ਫ੍ਰਿੰਜਸ ਆਰ ਸੈਪਰੇਟਡ ਬਾਈ 8.1 ਮਿਲੀਮੀਟਰ, ਮਤਲਬ ਫ੍ਰਿੰਜ ਵਿਡਥ ਜਿਹੜੀ ਹੈ ਬ੍ਰਾਈਟ ਫ੍ਰਿੰਜਸ ਦੇ ਵਿਚਲੀ ਦੂਰੀ ਜਿਹੜੀ ਹੈ ਉਹ ਆਪਾਂ ਬੀਟਾ 1 ਲਿਖ ਲੈਂਦੇ, ਚਲੋ 8.1 ਮਿਲੀਮੀਟਰ ਹੈ। ਠੀਕ ਹੈ, ਜਦੋਂ ਕਿ ਜਿਹੜੀ ਲੈਮਡਾ 1 ਵੇਵਲੈਂਥ ਹੈਗੀ ਹੈ 630 ਨੈਨੋਮੀਟਰ ਦੀ ਹੈ। ਠੀਕ ਹੈ, ਫਿਰ ਉਹ ਕਹਿ ਰਿਹਾ ਸੈਕਿੰਡ ਲਾਈਟ ਹੈ ਜਿਹੜੀ ਪ੍ਰੋਡਿਊਸ ਕਰ ਰਹੀ ਇੰਟਰਫੇਰੈਂਸ ਪੈਟਰਨ ਇਨ ਵਿੱਚ ਫ੍ਰਿੰਜ ਵਿਡਥ ਸੈਪਰੇਟਡ ਬਾਈ 7.2, ਮਤਲਬ ਬੀਟਾ
2 ਜਿਹੜਾ ਹੈ ਉਹ 7.2 ਮਿਲੀਮੀਟਰ ਹੈ, ਮਤਲਬ ਸੈਕਿੰਡ ਉਹਦੇ ਲਈ ਆਪਾਂ ਬੀਟਾ ਮਤਲਬ ਫਰਿੰਜ ਵਿਡਥ ਆਪਾਂ ਲੈ ਰਹੇ ਹਾਂ, ਠੀਕ ਹੈ। 7.2 ਮਿਲੀਮੀਟਰ ਹੈ। ਕੈਲਕੂਲੇਟ ਦਾ ਵੇਵਲੈਂਥ ਹੁੰਦਾ ਸੈਕਿੰਡ, ਆਪਾਂ ਲੈਮਡਾ 2 ਕੈਲਕੂਲੇਟ ਕਰਨਾ ਹੈ, ਠੀਕ ਹੈ। ਸੋ ਆਪਾਂ ਨੂੰ ਪਤਾ ਹੈ ਲੈਮਡਾ ਦੀ ਵੈਲਿਊ ਜਿਹੜੀ ਹੈ ਆਪਣੇ ਕੋਲ ਫਰਿੰਜ ਵਿਡਥ ਦੀ ਵੈਲਿਊ ਬੀਟਾ ਦੀ ਵੈਲਿਊ ਜਿਹੜੀ ਹੈ ਉਹ ਲੈਮਡਾ ਡੀ ਬਾਈ ਸਮਾਲ ਡੀ ਹੈ, ਠੀਕ ਹੈ। ਸੋ ਇਸ ਲਈ ਆਪਾਂ ਜੇ ਬੀਟਾ 1 ਲਿਖਾਂਗੇ ਤਾਂ ਆਪਾਂ ਲਿਖਾਂਗੇ ਲੈਮਡਾ 1 ਡੀ ਬਾਈ ਡੀ, ਠੀਕ ਹੈ। ਤੇ ਬੀਟਾ 2 ਲਿਖਾਂਗੇ ਤਾਂ ਆਪਾਂ ਲਿਖ ਦਾਂਗੇ ਲੈਮਡਾ 2 ਡੀ ਬਾਈ ਡੀ, ਠੀਕ ਹੈ। ਹੁਣ ਆਪਾਂ ਇਹਨੂੰ ਇਹਦੇ ਨਾਲ ਡਿਵਾਈਡ ਕਰੀਏ ਤਾਂ ਆਪਣੇ ਕੋਲ ਕੀ ਆ ਜਾਏਗਾ, ਬੀਟਾ 1 ਔਰ ਬੀਟਾ 2 ਇਜ਼ ਇਕੁਅਲ ਟੂ ਆਪਣੇ ਕੋਲ ਲੈਮਡਾ 1 डी बाई डी डिवाइड बाय ਲੈਮਡਾ 2 डी बाई डी आ गया, ठीक है। सो बाकी चीज़ां खत्म हो जाएंगियां, बीटा 1 बाय बीटा 2 की आ जाएगा ਲੈਮਡਾ 1 ओवर ਲੈਮਡਾ 2 रह जाएगा, ठीक है। सो अपने को बीटा 1 की वैल्यू हैगी है 8.1 ਤੇ ਇਹਦੀ ਵੈਲਿਊ ਹੈਗੀ ਹੈ 7.2, ਲੈਮਡਾ 1 ਦੀ ਵੈਲਿਊ ਹੈਗੀ ਹੈ 630 ਤੇ ਆਪਾਂ ਲੈਮਡਾ 2 ਕੈਲਕੂਲੇਟ ਕਰਨਾ। ਸੋ ਲੈਮਡਾ 2 ਇੱਧਰ ਲੈ ਜਾਓ, ਲੈਮਡਾ 2 ਇੱਧਰ ਲੈ ਜਾਓ ਤੇ ਆਪਣੇ ਕੋਲ 630 ਗੁਣਾ 7.2 ਬਟਾ 8.1 ਆ ਜਾਏਗੀ, ਠੀਕ ਹੈ। ਸੋ 7.2 ਬਟਾ ਸੋ ਇਹ ਕੈਲਕੂਲੇਟ ਦੇਖੋ 72 ਬਟਾ ਇਹ 8 ਆ ਗਿਆ ਤੇ ਇਹ 9 ਆ ਗਿਆ, ਠੀਕ ਹੈ। 9 ਇਹਦੇ ਨਾਲ ਕੱਟਿਆ ਗਿਆ, ਇਹ ਬਣ ਗਿਆ 7 × 2 0 70 7 8 56, ठीक है। सो ਲੈਮਡਾ 2 ਦੀ ਵੈਲਿਊ 560 ਨੈਨੋਮੀਟਰ ਰਹਿ ਜਾਏਗੀ, ਠੀਕ ਹੈ। ਸੋ 560 ਨੈਨੋਮੀਟਰ ਦੀ ਵੇਵਲੈਂਥ ਸੈਕਿੰਡ ਲਾਈਟ ਦੀ ਆ ਜਾਏਗੀ, ਜਿਹਦੇ ਨਾਲ ਆਪਾਂ ਨੂੰ 7.2 ਮਿਲੀਮੀਟਰ ਦੀ ਫਰਿੰਜ ਵਿਡਥ ਮਿਲ ਰਹੀ ਹੈ। ओके, थैंक यू।